Hello students, welcome back to the online class of Shri Dashmesh Convent School Atti। बेटा ਆਪਾਂ क्लास 6 ਦਾ ਸਾਇੰਸ ਦਾ ਸੈਕੰਡ ਚੈਪਟਰ ਆਪਾਂ ਕੰਟੀਨਿਊ ਕਰ ਰਹੇ ਹਾਂ। ਕੰਪੋਨੈਂਟਸ ਆਫ ਹੈਬਿਟੇਟ। ਹੈਬਿਟੇਟ ਦੇ ਵਿੱਚ ਕੀ ਕੁਝ ਹੁੰਦਾ ਆ, ਹੈਬਿਟੇਟ ਦੀ ਆਪਾਂ ਜਿਹੜੀ ਡੈਫੀਨੇਸ਼ਨਸ ਉਹ ਪੜ੍ਹ ਚੁੱਕੇ ਹਾਂ। ਵੱਖ-ਵੱਖ ਤਰ੍ਹਾਂ ਦੇ ਹੈਬਿਟੇਟਸ ਆਪਾਂ ਪੜ੍ਹੇ ਨੇ। ਆਵਰ এনवायरमेंट ਇਜ਼ ਮੇਡ ਅਪ ਆਫ ਲਿਵਿੰਗ ਔਰ ਨॉन ਲਿਵਿੰਗ ਕੰਪੋਨੈਂਟਸ। ਤੁਹਾਨੂੰ ਦੱਸਿਆ ਵੀ ਆਪਣੇ ਲਿਵਿੰਗ ਥਿੰਗਸ ਵੀ ਹੁੰਦੀਆਂ ਤੇ ਨॉन ਲਿਵਿੰਗ ਥਿੰਗਸ ਵੀ ਹੁੰਦੀਆਂ। All of them interact with each other. A habitat has two main components. Living component, they are called biotic components. Biotic तो मतलब ਜਿਹੜੇ ਜਿਉਂਦੇ components ਆ। Non living components are called abiotic. Abiotic ਕੀ ਹੁੰਦਾ, ਜਿਹੜੇ non living ਹੁੰਦੇ ਨੇ। Biotic components, they consist of plant and animals including human and decomposer. ਤੇ ਬਾਇਓਟਿਕ ਕੰਪੋਨੈਂਟ ਉਹਦੇ ਵਿੱਚ ਕੀ ਪਲਾਂਟਸ ਹੁੰਦੇ, ਐਨੀਮਲਸ ਹੁੰਦੇ ਨੇ, ਬੰਦੇ ਵੀ ਹੁੰਦੇ। ਡੀਕੰਪੋਜ਼ਰ ਕੀ ਹੁੰਦੇ ਨੇ, ਜਦੋਂ ਕੋਈ ਵੀ ਚੀਜ਼ ਮਰ ਜਾਂਦੀ ਆ ਉਹਦੇ ਆਪਾਂ ਕਹਿੰਦੇ ਕੀੜੇ ਪੈ ਜਾਂਦੇ ਨੇ। ਕੀੜੇ ਪੈ ਕੇ ਉਹਨੂੰ ਡੀਕੰਪੋਜ਼ ਕਰਕੇ ਮਿੱਟੀ 'ਚ ਕਨਵਰਟ ਕਰ ਦਿੰਦੇ ਨੇ, ਦੇਖਿਆ ਹੋਣਾ ਤੁਸੀਂ। ਦੇ ਆਰ ਕਾਲਡ ਡੀਕੰਪੋਜ਼ਰਸ। The biotic component of environment are further divided into 3 groups. ਉਸ ਤੋਂ ਬਾਅਦ 3 ਗਰੁੱਪਸ ਵਿੱਚ ਕੀ ਆ ਡਿਵਾਈਡ ਕੀਤੇ ਹੁੰਦੇ ਨੇ। ਪ੍ਰੋਡਿਊਸਰ ਹੁੰਦਾ, ਕੰਜ਼ਿਊਮਰ ਹੁੰਦਾ, ਡੀਕੰਪੋਜ਼ਰ ਹੁੰਦਾ। ਪ੍ਰੋਡਿਊਸਰ ਦਾ ਮਤਲਬ ਕੀ ਹੁੰਦਾ, ਤੁਹਾਨੂੰ ਸਿੰਪਲ ਦੱਸਾਂ ਮੈਂ। ਪ੍ਰੋਡਿਊਸਰ ਨੇ ਚੀਜ਼ ਪ੍ਰੋਡਿਊਸ ਕਰਨੀ ਹੈ। ਫੋਰ ਐਗਜ਼ਾਮਪਲ ਪਲਾਂਟਸ ਆਪਾਂ ਨੂੰ ਕੀ ਆ ਫਰੂਟਸ ਅਤੇ ਗ੍ਰੇਨਸ ਪ੍ਰੋਡਿਊਸ ਕਰਕੇ ਦਿੰਦੇ। ਕੰਜ਼ਿਊਮਰ ਕੀ ਹੁੰਦਾ, ਕੰਜ਼ਿਊਮਰ ਨੇ ਉਹ ਹੁੰਦਾ ਜਿਹਨੇ ਉਹਨੂੰ ਯੂਜ਼ ਕਰਨਾ ਪ੍ਰੋਡਕਟ ਨੂੰ। ਜਿੱਦਾਂ ਕਿ ਆਪਾਂ ਕੀ ਕੰਜ਼ਿਊਮ ਕਰਦੇ ਹਾਂ, ਪ੍ਰੋਡਿਊਸਰ ਤੋਂ ਕੀ ਲੈਂਦੇ ਹਾਂ ਆਪਾਂ, ਫਰੂਟਸ ਲੈਂਦੇ ਹਾਂ, ਗ੍ਰੇਨਸ ਲੈਂਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਹੁੰਦੇ ਆ ਪ੍ਰਾਇਮਰੀ ਕੰਜ਼ਿਊਮਰ, ਸੈਕੰਡਰੀ ਕੰਜ਼ਿਊਮਰ, ਟਰਸ਼ਰੀ ਕੰਜ਼ਿਊਮਰ। ਉਹ ਤੁਹਾਨੂੰ ਅਗਲੀਆਂ ਕਲਾਸਾਂ ਵਿੱਚ ਆਊਗਾ ਬੇਟਾ। ਸਮ ਆਰਗੇਨਿਜ਼ਮਸ depend upon directly or indirectly on the food prepared by plants. They are called consumers, ਤੁਹਾਨੂੰ ਹੁਣੇ ਦੱਸਿਆ। They are further divided into 3 categories। ਕਿਹੜੇ ਹੁੰਦੇ, ਹਰਬੀਵੋਰਸ ਜਿਹੜੇ ਕਿ ਸਿਰਫ ਪਲਾਂਟਸ ਖਾਂਦੇ ਨੇ। ਕਾਰਨੀਵੋਰਸ ਕਿਹੜੇ ਹੁੰਦੇ ਆ, ਜਿਹੜੇ ਐਨੀਮਲਸ ਨੂੰ ਖਾਂਦੇ ਨੇ। ਓਮਨੀਵੋਰਸ ਦੋਨੇ ਪਲਾਂਟਸ ਤੇ ਐਨੀਮਲਸ ਨੂੰ ਖਾਂਦੇ ਨੇ। ਨੈਕਸਟ ਆ ਡੀਕੰਪੋਜ਼ਰ, ਦ ਲਿਵਿੰਗ ਆਰਗੇਨਿਜ਼ਮ ਵਿਚ derive their food dead and decaying plants are and animals are called decomposer। ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ ਜਿਹੜੇ ਮਰੀ ਹੋਈ ਚੀਜ਼ ਨੂੰ ਖਾਂਦੇ ਨੇ ਉਹਨੂੰ ਵੜ ਕੇ ਮਿੱਟੀ ਬਣਾ ਦਿੰਦੇ ਨੇ। ਦੇ ਆਰ ਕਾਲਡ decomposer। micro organism like bacteria, fungi, all are decomposers। decomposer decompose the ਡੈਡ ਔਰਗੈਨਿਜ਼ਮ ਇਨਟੂ ਨਿਊਟਰੀਐਂਟਸ। ਇੱਕ ਤਰ੍ਹਾਂ ਦੀ ਖਾਦ ਬਣਾ ਦਿੰਦੇ ਨੇ, ਇੱਕ ਤਰ੍ਹਾਂ ਦੀ ਮਿੱਟੀ ਬਣਾ ਦਿੰਦੇ ਨੇ ਡੀਕੰਪੋਜ਼ਰਸ। ਨੈਕਸਟ ਆ ਗਿਆ ਏਬਾਇਓਟਿਕ ਕੰਪੋਨੈਂਟਸ। The non-living or abiotic include air, water, soil, sunlight, temperature. These are factors affect the living organisms। ਦੇਖੋ ਆਪਣੇ ਤੇ ਏਅਰ ਦਾ ਇਫੈਕਟ ਪੈਣਾ, ਵਾਟਰ ਦਾ ਇਫੈਕਟ ਪੈਣਾ, ਸੋਇਲ ਦਾ ਇਫੈਕਟ ਪੈਂਦਾ, ਠੀਕ ਆ। ਸਨਲਾਈਟ ਜੇ ਨਾ ਹੋਵੇ ਤਾਂ ਕੀ ਹੈ, ਪਲਾਂਟਸ ਫੂਡ ਨਹੀਂ ਬਣਾਉਗੇ। ਟੈਂਪਰੇਚਰ ਜੇ ਅਨੁਕੂਲ ਨਾ ਰਿਹਾ ਤਾਂ ਪਲਾਂਟਸ ਕੀ ਹੈ ਪ੍ਰੋਡਿਊਸ ਨਹੀਂ ਕਰ ਪਾਉਗੇ। ਸਪੋਜ਼ ਜੇ ਆਪਾਂ ਕਣਕ ਬੀਜੀ ਹੋਈ ਆ, ਉਸ ਟਾਈਮ ਮੌਸਮ ਠੰਡਾ ਹੈ ਅਤੇ ਉਸ ਟਾਈਮ ਇੱਕਦਮ ਹੀ ਗਰਮੀ ਪੈ ਜਾਵੇ, ਕਣਕ ਦਾ ਕੀ ਆ, ਕਣਕ ਨੇ ਆਪਣੇ ਆਪ ਨੂੰ ਪ੍ਰੋਡਿਊਸ ਨਹੀਂ ਕਰ ਪਾਉਣਾ, ਉਹਨੇ ਆਪਣੀ ਗਰੋਥ ਉੱਥੇ ਹੀ ਰੋਕ ਦੇਣੀ ਹੈ, ਠੀਕ ਹੈ। ਐਕਟੀਵਿਟੀ ਦਿੱਤੀ ਹੋਈ ਹੈ ਵੀ ਤੁਸੀਂ ਕਹਿੰਦੇ ਸੈਂਪਲ ਲੈਣਾ ਗ੍ਰੀਨ ਗ੍ਰਾਮਸ ਦਾ। Keep a small heap of gram aside, soak into the rest of the water, divide in 4 parts, keep one submerged in the water 3-4 days, keep the second part in sunny room, another in dark room, and keep the last part in the cold region। ਜਿਹੜਾ ਬੀ ਲੈਣਾ ਤੁਸੀਂ ਉਹਨੂੰ ਭਿਉਂ ਲੈਣਾ ਪਹਿਲਾਂ ਤਾਂ 2-3 ਦਿਨ, ਠੀਕ ਆ। ਇਹਨਾਂ ਨੇ 4 ਦਿਨ ਕਿਹਾ ਆ। ਉਸ ਤੋਂ ਬਾਅਦ ਉਹਨੂੰ ਕੱਢ ਕੇ ਕੀ ਆ ਤੁਸੀਂ ਅਲੱਗ-ਅਲੱਗ ਹਿੱਸਿਆਂ ਵਿੱਚ ਰੱਖਣਾ। ਡੂ ਨਾਟ ਡਿਸਟਰਬ ਦਾ ਡਰਾਈ ਸੀਡਸ, ਜਿਹੜੇ ਡਰਾਈ ਸੀਡਸ ਹੋਣੇ ਉਹਨੂੰ ਕੁਛ ਨਹੀਂ ਛੇੜਨਾ। ਦੋ ਸਮਰਜ ਇਨ ਵਾਟਰ ਸੈਟ ਆਲ ਦੀਸ ਪਾਰਟ ਇਨ ਟੂ ਟਰਮੀਨੇਟ। ਕੀ ਅਬਜ਼ਰਵ ਕਰੋਗੇ, ਤੁਹਾਨੂੰ ਉਹਦੀ ਜਿਹੜਾ ਤਾਂ ਧੁੱਪ 'ਚ ਥੋੜ੍ਹਾ ਜਿਹਾ ਪਿਆ ਹੋਊਗਾ ਉਹਦੀ ਗਰੋਥ ਜ਼ਿਆਦਾ ਮਿਲੂਗੀ। ਡਾਰਕ ਵਾਲੇ ਦੀ ਬਿਲਕੁਲ ਹੋ ਕੇ ਰੁਕ ਜਾਣੀ ਹੈ। ਠੰਡ ਵਾਲੇ ਦੀ ਜੇ ਮੌਸਮ ਠੰਡੇ ਵਾਲਾ ਵੀ ਹੋਊਗਾ ਤਾਂ ਗਰੋਥ ਵਧੂਗੀ, ਜੇ ਨਹੀਂ ਤਾਂ ਉੱਥੇ ਹੀ ਰੁਕ ਜਾਣੀ।
ਅੱਗੇ ਆ ਗਿਆ ਅਡੈਪਟੇਸ਼ਨਸ। ਬਹੁਤ ਸਪੀਸ਼ੀਜ਼ ਆਫ organism found in one type of habitat are unable to survive in those habitats. For example, fish cannot live on the land. ਕਿੱਦਾਂ ਆਪਣੇ ਆਪ ਨੂੰ ਤੁਸੀਂ ਆਪਾਂ ਢਾਲਦੇ ਹਾਂ, ਜਿਹੜੀ ਫਿਸ਼ ਆ ਹੋ ਗਈ ਆ ਜ਼ਮੀਨ 'ਤੇ ਨਹੀਂ ਰਹਿ ਸਕਦੀ। ਠੀਕ ਹੈ। ਦ ਪ੍ਰੈਜ਼ੈਂਸ ਆਫ ਸਪੈਸੀਫਿਕ ਫੀਚਰ ਵਿਚ enable an organism to survive in its surroundings are called adaptations. Adaptation of for desert habitat. Desert habitat 'ਚ ਕੀ ਹੋਊਗਾ, ਉਹੀ ਪਲਾਂਟ ਸਰਵਾਈਵ ਕਰੂਗੇ ਜਿਹੜੇ ਬਹੁਤ ਜ਼ਿਆਦਾ ਗਰਮੀ ਸਹਾਰਦੇ ਆ। ਉਹਨਾਂ ਦੀਆਂ ਜੜ੍ਹਾਂ ਬਹੁਤ ਲੰਬੀਆਂ ਹੁੰਦੀਆਂ ਤਾਂ ਕਿ ਉਹ ਪਾਣੀ ਨੂੰ ਸਟੋਰ ਕਰ ਲੈਣ ਅਤੇ ਨੀਚੇ ਵਾਲਾ ਪਾਣੀ ਸਕ ਕਰ ਲੈਣ। ਦੇ ਹੈਵ ਫਲੈਸ਼ੀ ਸਟੈਮ ਟੂ ਸਟੋਰ ਵਾਟਰ। ਉਹਨਾਂ ਦੀ ਜੇ ਤੁਸੀਂ ਸਕਿਨ ਨੂੰ ਉੱਪਰ ਖੇਡਾਂਗੇ ਉਹਦੇ ਵਿੱਚੋਂ ਦੀ ਪਾਣੀ ਨਿਕਲੂਗਾ। ਦੀਜ਼ ਆਰ ਕਵਰਡ ਵਿਦ ਥਿੱਕੀ ਵੈਕਸੀ ਲੇਅਰ ਵਿਚ ਹੈਲਪ ਟੂ ਰਿਟੇਨ ਵਾਟਰ। ਉਹਦੇ ਨਾਲ ਕੀ ਉਹਦੇ ਵਿੱਚ ਪਾਣੀ ਰਹੂਗਾ। ਲੀਵਸ ਆਰ ਆਈਦਰ ਐਬਸੈਂਟ ਵੈਰੀ ਸਮੋਲ ਐਂਡ ਮੋਡੀਫਾਈਡ ਇਨਟੂ ਸਪਾਈਨਸ। ਥੋੜ੍ਹੇ ਥੋੜ੍ਹੇ ਕੰਢੇ ਹੁੰਦੇ ਨੇ। ਜਿੱਦਾਂ ਫੋਟੋ ਦਿਖਾਈ ਹੋਈ ਆ ਤੁਹਾਨੂੰ, ਮੈਂ ਇੱਕ ਉਹਦੀ ਆਪਣੇ ਡੈਜ਼ਰਟ ਪਲਾਂਟ ਦੀ ਫੋਟੋ ਵੀ ਤੁਹਾਡੇ ਗਰੁੱਪ ਵਿੱਚ ਪਾਉਣਾ ਹੋਣੀ। ਦੀਜ਼ ਹੈਲਪ ਡਿਫਰੈਂਟ ਡੈਜ਼ਰਟ ਪਲਾਂਟ ਦੀ ਫੋਟੋ ਪਾਊਂਗਾ, ਡਿਫਰੈਂਟ ਟਾਈਪ ਆਫ ਕੈਕਟਸ, ਤੁਹਾਨੂੰ ਪਤਾ ਲੱਗ ਜੂਗਾ ਉਹਦੇ ਲੀਵ ਦੇ ਸਟਰਕਚਰ ਤੋਂ। ਐਨੀਮਲ ਲਾਈਫ ਉੱਥੇ ਦੀ ਕਿੱਦਾਂ ਦੀ ਹੁੰਦੀ, ਮੇਨਲੀ ਐਨੀਮਲ ਉੱਥੇ ਕਿਹੜਾ ਪਾਇਆ ਜਾਂਦਾ, ਆਪਾਂ ਨੂੰ ਸਾਰਿਆਂ ਨੂੰ ਪਤਾ ਡੈਜ਼ਰਟ ਵਿੱਚ ਕੈਮਲ, ਕਿਉਂਕਿ ਉਹ ਕੀ ਆ, ਉਹ ਕਿੰਨੇ ਹੀ ਦਿਨ ਬਿਨਾਂ ਪਾਣੀ ਤੋਂ ਰਹਿ ਲੈਂਦਾ। ਠੀਕ ਹੈ। ਉਸ ਤੋਂ ਬਾਅਦ ਸਨੇਕਸ ਪਾਏ ਜਾਂਦੇ ਨੇ ਉੱਥੇ, ਚੂਹੇ ਪਾਏ ਜਾਂਦੇ ਨੇ ਜਿਹੜੇ ਕਿ ਗਰਮੀ ਨੂੰ ਸਹਾਰ ਲੈਣ, ਅਤੇ ਜ਼ਿਆਦਾਤਰ ਉਹ ਕੀ ਹੈ, ਖੁੱਡਾਂ ਵਿੱਚ ਰਹਿੰਦੇ ਨੇ ਗਰਮੀ ਦੇ ਵਿੱਚ। ਨੈਕਸਟ ਇਟ ਹੈਜ਼ ਹੰਪ ਵੇਅਰ ਫੈਟ ਇਜ਼ ਸਟੋਰਡ। ਉਹਦੇ ਉੱਪਰ ਦੇਖਿਆ ਹੋਣਾ ਤੁਸੀਂ ਊਂਠ ਜਿਹਾ ਬਣਿਆ ਹੋਇਆ, ਇਹਦੇ ਵਿੱਚ ਕੀ ਆ, ਫੈਟ ਨੂੰ ਸਟੋਰ ਕਰਦਾ। ਠੀਕ ਆ। ਕਿੰਨੇ ਦਿਨ ਬਿਨਾਂ ਪਾਣੀ ਅਤੇ ਬਿਨਾਂ ਖਾਧੇ ਤੋਂ ਰਹਿ ਸਕਦਾ। ਇਟ ਕੈਨ ਡਰਿੰਕ ਵੈਰੀ ਲਾਰਜ ਕੁਆਂਟਿਟੀ ਆਫ ਵਾਟਰ। ਬਹੁਤ ਸਾਰਾ ਪਾਣੀ ਇੱਕ ਵਾਰ ਪੀ ਲੈਂਦਾ। ਅਤੇ ਐਕਸਕ੍ਰੀਟ ਕੀ ਆ, ਥੋੜ੍ਹਾ ਜਿਹਾ ਐਕਸਕ੍ਰੀਸ਼ਨ ਉਹਦਾ ਰਿਵੈਲਿਊ ਕੀ ਆ, ਬਹੁਤ ਘੱਟ ਆ। ਠੀਕ ਆ। ਉਹਦਾ ਡੰਗ ਇਜ਼ ਡਰਾਈ ਹੁੰਦਾ, ਜਿਹੜਾ ਐਕਸਕ੍ਰੀਟ ਕਰਦਾ ਉਹ ਡਰਾਈ ਕਰਦਾ, ਉਹਨੂੰ ਗਰਮੀ ਨਹੀਂ ਆਉਂਦੀ ਇੰਨੀ ਜ਼ਿਆਦਾ। ਇਟ ਹੈਜ਼ ਲੌਂਗ ਲੈਗਸ ਦੈਟ ਕੀਪ ਅ ਬੋਡੀ ਅਵੇ ਫਰੋਮ ਹੀਟ। ਲੱਤਾਂ ਲੰਬੀਆਂ ਹੁੰਦੀਆਂ ਥੱਲਿਓਂ ਕਿ ਜ਼ਮੀਨ ਤੋਂ ਉਹਨੂੰ ਹੀਟ ਨਹੀਂ ਜਾਂਦੀ। ਨੈਕਸਟ ਇਜ਼ ਅਡੈਪਟੇਸ਼ਨ ਫॉर ਪੋਲਰ ਐਂਡ ਮਾਊਂਟੇਨ ਹੈਬੀਟੇਟਸ। ਪੋਲਰ ਹੈਬੀਟੇਟਸ ਕਿਹੜੇ, ਜਿਹੜੇ ਕਿ ਅੰਟਾਰਕਟਿਕ ਰੀਜਨ 'ਤੇ ਰਹਿੰਦੇ ਨੇ, ਉਹਨਾਂ ਦੀ ਅਡੈਪਟੇਸ਼ਨ ਕੀ ਹੈ, ਅਤੇ ਮਾਊਂਟੇਨ ਵਾਲਿਆਂ ਦੀ। ਪਲਾਂਟਸ ਲਾਈਫ ਕਿੱਦਾਂ ਦੀ ਹੋਊਗੀ, ਦ ਟਰੀਜ਼ ਗਰੋ ਹੇਅਰ ਆਰ ਨੋਰਮਲੀ ਕੋਨ ਸ਼ੇਪ। ਪੋਲਰ ਵਾਲੀ ਤਾਂ ਬਹੁਤ ਰੇਅਰ ਆ ਵੀ ਕੋਈ ਪਲਾਂਟ ਮਿਲੂਗਾ, ਮਾਊਂਟੇਨ ਰੀਜਨ 'ਤੇ ਤੁਹਾਨੂੰ ਪਲਾਂਟਸ ਮਿਲ ਜਾਂਦੇ ਨੇ। ਦ ਲੀਵਸ ਹੈਵ ਟਰੀਜ਼ ਨੀਡਲ ਲਾਈਕ ਸਟਰਕਚਰ। ਆਪਾਂ ਕੋਨੀਫਰਸ ਵੀ ਕਹਿੰਦੇ, ਕੋਨੀਫਰ ਲੀਵਸ। ਐਨੀਮਲ ਲਾਈਫ ਕਿੱਦਾਂ ਦੀ, ਐਨੀਮਲ ਫਾਊਂਡ ਹੇਅਰ ਸ਼ੋ ਫੋਲੋਇੰਗ ਅਡੈਪਟੇਸ਼ਨ ਕਿੱਦਾਂ ਦੀ ਹੈ। ਦੇ ਹੈਵ ਥਿਕ ਲੇਅਰ ਆਫ ਫਰ। ਉਹਨਾਂ ਦੇ ਫਰ ਬਣੀ ਹੁੰਦੀ ਹੈ, ਕਿਉਂ ਹੁੰਦੀ ਹੈ, ਤਾਂ ਕਿ ਉਹਨਾਂ ਨੂੰ ਪਾਲਾ ਨਾ ਲੱਗੇ। ਫੋਰ ਐਗਜ਼ਾਮਪਲ ਯਾਕਸ, ਸਨੋ ਲੈਪਰਡਸ। ਪੈਂਗੁਇਨਸ ਹੈਵ ਲੇਅਰਸ ਆਫ ਆਇਲੀ ਵਾਟਰ ਪ੍ਰੂਫ ਫੈਦਰਸ। ਜਿਹੜੇ ਉਹਦੇ ਖੰਭ ਹੁੰਦੇ ਪੈਂਗੁਇਨ ਦੇ, ਉਹ ਵਾਟਰ ਪ੍ਰੂਫ ਹੁੰਦੇ ਆ, ਉਹਦੇ ਵੈਕਸ ਅਲੱਗ ਸਟਰਕਚਰ ਹੁੰਦਾ। ਦੀਜ਼ ਲੇਅਰਸ ਆਫ ਫੈਟ ਅੰਡਰ ਦ ਸਕਿਨ ਦੇ ਰੈਗੂਲੇਟ ਬੋਡੀ ਟੈਂਪਰੇਚਰ। ਉਹਦੇ ਨਾਲ ਕੀ ਆ, ਉਹਨੂੰ ਬੋਡੀ ਟੈਂਪਰੇਚਰ ਉਹਦਾ ਮੇਨਟੇਨ ਰਹੂਗਾ। ਨੈਕਸਟ ਆ ਗਿਆ ਅਡੈਪਟੇਸ਼ਨ ਆਫ ਗ੍ਰਾਸਲੈਂਡ ਹੈਬੀਟੇਟਸ। ਗ੍ਰਾਸਲੈਂਡ ਹੈਬੀਟੇਟਸ ਦੇ ਮੇਨ ਦੋ ਐਨੀਮਲ ਕਿਹੜੇ ਨੇ, ਲਾਇਨ ਐਂਡ ਡੀਅਰ। ਅਤੇ ਗ੍ਰਾਸਲੈਂਡ ਦੇ ਵਿੱਚ ਜ਼ਿਆਦਾ ਹੀ ਘਾਹ ਹੁੰਦਾ ਹੈ। ਘਾਹ ਇਸ ਤਰ੍ਹਾਂ ਹੁੰਦਾ ਕਿ ਤਾਂ ਕਿ ਆਪਣਾ ਜਿਹੜਾ ਡੀਅਰ ਆ ਆਪਣੇ ਆਪ ਨੂੰ ਛੁਪਾ ਸਕੇ। ਠੀਕ ਹੈ। ਗ੍ਰਾਸਲੈਂਡ ਆਰ ਵਿੰਡੀ ਐਂਡ ਡਰਾਈ। ਬਹੁਤ ਹੀ ਬੜੇ ਗ੍ਰਾਸਲੈਂਡਸ ਹੁੰਦੇ ਨੇ। ਫਲੈਕਸੀਬਲ ਸਟਾਕ ਸੋ ਦੈਟ ਦੇ ਬੈਂਡ ਡੂ ਨਾਟ ਬ੍ਰੇਕ ਇਨਟੂ ਵਿੰਡੀ ਕੰਡੀਸ਼ਨਸ। ਜੋ ਮੀਂਹ ਹਨੇਰੀ ਉੱਥੇ ਬਹੁਤ ਤੇਜ਼ ਆਵੇ ਤਾਂ ਆਪਣੇ ਆਪ ਨੂੰ ਟੁੱਟਣ ਨਾ, ਉਸ ਤਰ੍ਹਾਂ ਦੇ ਉਹ ਕੀ ਆ, ਫਲੈਕਸੀਬਲ ਹੁੰਦੇ ਨੇ। ਸਟਰੋਂਗ ਰੂਟਸ ਹੁੰਦੀਆਂ, ਸਮੋਲ ਲੀਵਸ ਹੁੰਦੇ। ਠੀਕ ਆ। ਐਨੀਮਲ ਲਾਈਫ ਉੱਥੇ ਦੀ ਕਿੱਦਾਂ ਦੀ ਆ, ਮੇਨਲੀ ਐਨੀਮਲ ਕਿਹੜੇ ਆ ਉੱਥੇ, ਸ਼ਿਕਾਰ ਵਾਲੇ ਰਹਿੰਦੇ ਆ, ਲਾਇਨ ਐਂਡ ਡੀਅਰ। ਦੇਅਰ ਸਕਿਨ ਇਜ਼ ਜਨਰਲੀ ਲਾਈਟ ਬਰਾਊਨ ਇਨ ਕਲਰ। ਦੇ ਹੈਲਪ ਟੂ ਹਾਈਡ ਇਨ ਗ੍ਰਾਸਲੈਂਡ। ਕਿਉਂਕਿ ਜਿਹੜਾ ਘਾਹ ਹੁੰਦਾ ਉਹ ਜਲਿਆ ਹੁੰਦਾ, ਉਹਦਾ ਰੰਗ ਵੀ ਥੋੜ੍ਹਾ ਬਰਾਊਨਿਸ਼ ਹੁੰਦਾ, ਅਤੇ ਡੀਅਰ ਵੀ ਆਪਣੇ ਆਪ ਨੂੰ ਉਸੇ ਘਾਹ ਦੇ ਵਿੱਚ ਲੁਕੋ ਲੈਂਦਾ। ਦੇ ਕੈਨ ਕੈਚ ਸੈਂਟ ਆਫ ਐਨੀਮਲਸ ਇਨ ਏਅਰ as well as hear their movement from certain distance।
ਉਹਨਾਂ ਨੂੰ ਖੁਸ਼ਬੂ ਆ ਜਾਂਦੀ ਆ ਵੀ ਇੱਥੇ ਕੋਈ ਹੈਗਾ। ਜਿਵੇਂ ਕਿ ਸ਼ਿਕਾਰ ਕਰਨ ਜਾਂਦੇ ਹਾਂ ਆਪਾਂ, ਜਦੋਂ ਆਪਾਂ ਪਹਿਲਾਂ ਗੱਲਾਂ ਸੁਣਦੇ ਸੀ ਵੀ ਜਿਹੜਾ ਜੰਗਲੀ ਮੁਰਗੇ ਦਾ ਸ਼ਿਕਾਰ ਕਰਦੇ ਨੇ, ਜੰਗਲੀ ਮੁਰਗੇ ਨੂੰ ਦੂਰ ਤੋਂ ਹੀ ਬੰਦੂਕ ਦੀ ਜਿਹੜੇ ਸਮੈਲ ਆ ਦੂਰ ਤੋਂ ਹੀ ਆ ਜਾਂਦੀ ਆ, ਤੋਂ ਪਤਾ ਲੱਗ ਜਾਂਦਾ ਵੀ ਮੇਰਾ ਸ਼ਿਕਾਰ ਹੋਣ ਲੱਗਦਾ, ਉਹ ਆਪਣੇ ਆਪ ਨੂੰ ਬਚਾਉਂਦਾ। They have long claws in the front legs that can be withdrawn inside their toes. It helps them to creep up to their prey without making a sound while hunting. ਜਿਹੜੇ ਉਹਨਾਂ ਦੇ ਪੰਜੇ ਹੁੰਦੇ ਨੇ ਉਹਨਾਂ ਨੂੰ ਸ਼ਿਕਾਰ ਕਰਨ ਵਿੱਚ ਬਹੁਤ ਹੀ ਆਸਾਨੀ ਦਿੰਦੇ ਨੇ। ਡੀਅਰਸ ਆਲਸੋ ਲਿਵ ਇਨ ਗ੍ਰਾਸਲੈਂਡਸ, ਤੁਹਾਨੂੰ ਦੱਸ ਕੇ ਹਟੇ ਹਾਂ ਡੀਅਰਸ ਰਹਿੰਦੇ ਨੇ, ਕਿਉਂਕਿ ਡੀਅਰਸ ਨੂੰ ਕੌਣ ਖਾਂਦਾ? ਲਾਇਨ ਖਾਂਦਾ ਆ। ਅਤੇ ਕੀ ਹੋਇਆ ਇਹ ਕਾਰਨੀਵੋਰਸ। ਆਪਾਂ ਪਹਿਲਾਂ ਪੜ੍ਹਿਆ ਟਾਈਪਸ, ਹਰਬੀਵੋਰ, ਕਾਰਨੀਵੋਰ, ਓਮਨੀਵੋਰ। ਦਿੱਲੇ ਅਤੇ ਜਿਹੜਾ ਡੀਅਰ ਆ ਉਹ ਕੀ ਆ? ਹਰਬੀਵੋਰ, ਉਹ ਸਿਰਫ ਘਾਹ ਖਾਂਦਾ। ਦੇ ਹੈਵ ਸਟਰੋਂਗ ਟੀਥ ਫॉर ਚੂਇੰਗ ਹਾਰਡ ਪਲਾਂਟ ਸਟੈਮਸ। ਦੇ ਹੈਵ ਲੌਂਗ ਈਅਰਸ, ਉਹਨੂੰ ਦੂਰੋਂ ਸੁਣ ਜਾਂਦਾ ਆ। ਦ ਆਈਜ਼ ਔਨ ਸਾਈਡ ਆਫ ਦੇਅਰ ਹੈਡ ਅਲਾਓ ਦੈਮ ਟੂ ਲੁੱਕ ਇਨ ਆਲ ਡਾਇਰੈਕਸ਼ਨਸ ਫਰੋਮ ਡੇਂਜਰ। ਉਹਨਾਂ ਦੀ ਅੱਖਾਂ ਕੀ ਆ ਬਹੁਤ ਤੇਜ਼ ਹੁੰਦੀਆਂ, ਦੂਰੋਂ ਪਤਾ ਲੱਗ ਜਾਂਦਾ ਉਹਨਾਂ ਨੂੰ। ਦੇ ਹੈਵ ਸਟਰੋਂਗ ਲੈਗਸ, ਉਹ ਦੌੜਨ ਲਈ ਉਹਨਾਂ ਦੀ ਲੱਤਾਂ ਵੀ ਬਹੁਤ ਮਜ਼ਬੂਤ ਨੇ। ਅਡੈਪਟੇਸ਼ਨ ਇਨ ਐਕੁਐਟਿਕ ਪਲਾਂਟਸ, ਪਾਣੀ ਵਾਲੇ ਪਲਾਂਟ ਦੀ ਅਡੈਪਟੇਸ਼ਨਸ ਕੀ ਆ? ਆ ਪਿਕਚਰ ਵਿੱਚ ਤੁਹਾਨੂੰ ਲੋਟਸ ਦਿਖਦਾ ਹੈ, ਠੀਕ ਹੈ। ਜਿਹੜੀ ਇਹਦਾ ਇਹਦੀ ਸਟੈਮ ਆ, ਇਹਨੂੰ ਆਪਾਂ ਜਲ ਕੱਕੜੀ ਵੀ ਕਹਿੰਦੇ, ਲੋਕ ਇਹਨੂੰ ਖਾਂਦੇ ਵੀ ਆ, ਠੀਕ ਆ। ਇਹਦੇ ਜਿਹੜੇ ਬੀ ਹੁੰਦੇ ਨੇ, ਜਿਹਨੂੰ ਫੁੱਲ ਮਖਾਣੇ ਕਹਿੰਦੇ ਆਪਾਂ, ਉਹ ਇਹਦੇ ਬੀਆਂ ਤੋਂ ਬਣਦੇ। Roots are much reduced in size. Their function is to hold the plant at one place. ਛੋਟੀਆਂ ਹੁੰਦੀਆਂ ਰੂਟਸ, ਇੱਕ ਜਗ੍ਹਾ 'ਤੇ ਸਟੇਬਲ ਰਹਿਣ ਲਈ ਹੁੰਦੀਆਂ। The stem of these plants are long. ਜਿਹੜੀਆਂ ਉਹਨਾਂ ਦੇ ਸਟੈਮ ਹੈ ਬਹੁਤ ਲੰਬੀ ਹੁੰਦੀ ਹੈ, ਦੇਖਿਆ ਹੋਣਾ ਰੂਟਸ ਤੁਸੀਂ। Stems have air spaces to enable the plant to float. ਉਹਨਾਂ ਦੇ ਵਿੱਚ ਸਪੇਸ ਬਣੀ ਹੁੰਦੀ ਤਾਂ ਕਿ ਕੀ ਉਹ ਫਲੋਟ ਕਰਦੇ ਰਹਿਣ। Floating leaves are large and flat. ਜਿਹੜਾ ਲੋਟਸ ਦਾ ਪੱਤਾ ਦੇਖਿਆ ਹੋਣਾ ਤੁਸੀਂ ਬਹੁਤ ਬੜਾ ਹੁੰਦਾ। ਇਸੇ ਤਰ੍ਹਾਂ ਜਿੰਨੇ ਐਕੁਐਟਿਕ ਪਲਾਂਟਸ ਨੇ, ਜਿੱਦਾਂ ਅੱਜ ਕੱਲ੍ਹ ਆਪਣੇ ਛੱਪੜਾਂ ਦੇ ਵਿੱਚ ਹੁੰਦੀ ਆ ਵਾਟਰ ਹਾਇਸਿੰਥ, ਬਹੁਤ ਹੀ ਡੇਂਜਰਸ ਪਲਾਂਟ ਆ ਉਹ, ਜਿਹਨੂੰ ਜਲਕੁੰਭ ਵੀ ਕਹਿੰਦੇ ਨੇ। ਬਹੁਤ ਸਾਰਿਆਂ ਨੇ ਦੇਖਿਆ ਹੋਣਾ ਬੇਟਾ ਤੁਸੀਂ। ਉਹ ਕੀ ਕਰਦੀ ਆ, ਇੱਕ ਦਿਨ 'ਚ 2 ਗੁਣਾ ਵੱਧ ਜਾਂਦੀ ਹੈ, ਅਤੇ ਜਿਹੜੀ ਪਾਣੀ ਦੀ ਆਕਸੀਜਨ ਆ ਉਹਨੂੰ ਸਾਰੀ ਖਤਮ ਕਰ ਦਿੰਦੀ ਆ, ਜਿਹਦੇ ਨਾਲ ਮੱਛੀਆਂ ਬਹੁਤ ਜ਼ਿਆਦਾ ਮਰ ਰਹੀਆਂ ਨੇ। In some submerged plants, leaves are often highly divided through which water can easily flow without damaging them. ਕਈਆਂ ਦੇ ਵਿੱਚ ਦੀ ਪਾਣੀ ਨਿਕਲਣ ਲਈ ਬਹੁਤ ਵਧੀਆ ਜਗ੍ਹਾ ਹੁੰਦੀ ਹੈ ਤਾਂ ਕਿ ਜਿਹੜਾ ਪੌਦਾ ਉਹਨੂੰ ਕੋਈ ਡੈਮੇਜ ਨਾ ਹੋਵੇ। ਐਨੀਮਲ ਲਾਈਫ ਉੱਥੇ ਦੀ ਕਿੱਦਾਂ ਦੀ ਆ? They have streamlined bodies. This shape reduce resistance due to water, help them to swim fast. ਉਹਨਾਂ ਦੀ ਬੋਡੀ ਪੂਰੀ ਸਟਰੀਮਲਾਈਨ ਹੁੰਦੀ, ਇੱਕ ਅਲਾਈਨਮੈਂਟ ਵਿੱਚ ਹੁੰਦੀ ਹੈ ਤਾਂ ਕਿ ਜਿਹੜਾ ਪਾਣੀ ਦਾ ਉਹਨਾਂ 'ਤੇ ਬਹੁਤ ਜ਼ਿਆਦਾ ਮਾੜਾ ਅਸਰ ਨਾ ਹੋਵੇ, ਆਰਾਮ ਨਾਲ ਪਾਣੀ ਉਹਦੇ ਵਿੱਚੋਂ ਲੰਘ ਜਾਵੇ। ਉਹਨਾਂ ਦੇ ਸਾਹ ਲੈਣ ਲਈ ਲੰਗਸ ਨਹੀਂ ਹੁੰਦੇ, ਗਿਲਸ ਹੁੰਦੇ ਨੇ, ਠੀਕ ਹੈ। ਬੋਡੀ ਸਲਿਪਰੀ ਸਕੇਲ ਹੁੰਦੀ ਹੈ ਤਾਂ ਕਿ ਉੱਤੇ ਇੱਕ ਤਰ੍ਹਾਂ ਦੀ ਪ੍ਰੋਟੈਕਸ਼ਨ ਲੇਅਰ ਬਣੀ ਹੁੰਦੀ ਹੈ ਵੈਕਸ ਦੀ, ਤਾਂ ਕਿ ਕੋਈ ਡੈਮੇਜ ਨਾ ਹੋਵੇ। ਦੇ ਹੈ ਫਲੈਟ ਫਿਨਸ ਐਂਡ ਟੇਲਸ, ਜਿਹੜੇ ਉਹਦੇ ਖੰਭ ਜਿਹੇ ਹੁੰਦੇ ਆ ਉਹ ਫਲੈਟ ਹੁੰਦੇ ਨੇ, ਪੂੰਛ ਵੀ ਉਹਦੀ ਫਲੈਟ ਆ ਬਿਲਕੁਲ। ਦੇ ਹੈਵ ਏਅਰ ਬਲੇਡਰ ਦੈਟ ਹੈਲਪ ਦੈਮ ਟੂ ਫਲੋਟ। ਉਹਨਾਂ ਕੋਲ ਕੀ ਆ? ਏਅਰ ਬਲੇਡਰ ਹੁੰਦਾ ਦੈਟ ਹੈਲਪ ਦੈਮ ਟੂ ਫਲੋਟ। Some sea animals like squid and octopuses, they stay deeper in the ocean near the seabed. ਬਹੁਤ ਹੀ ਥੱਲੇ ਰਹਿੰਦੇ ਨੇ octopus ਤੇ squid. There are some sea animals like dolphins, whales do not have gills. ਇਹਨਾਂ ਦੇ ਗਿਲਸ ਨਹੀਂ ਹੁੰਦੇ, ਨਾ ਡੋਲਫਿਨ ਦੇ ਨਾ ਵੇਲ ਦੇ। ਉਹ ਸਾਹ ਕਿੱਥੋਂ ਲੈਂਦੇ ਨੇ? ਹਵਾ ਵਿੱਚੋਂ ਲੈਂਦੇ ਨੇ, ਉਹਨਾਂ ਦੇ ਨੱਕ ਰਾਹੀਂ ਸਾਹ ਲੈਂਦੇ ਨੇ। ਬਲੋ ਹੋਲਸ ਬਣੇ ਹੁੰਦੇ ਨੇ ਅੱਪਰ ਬੋਡੀ ਦੇ ਵਿੱਚ, ਉਹਦੇ ਰਾਹੀਂ ਸਾਹ ਲੈਂਦੇ ਨੇ। This enable them to breathe in air when they swim near the surface. They can stay inside the water for long time. ਬਿਨਾਂ ਸਾਹ ਲਏ ਉਹ ਕੀ ਪਾਣੀ ਵਿੱਚ ਬਹੁਤ ਸਮੇਂ ਤੱਕ ਰਹਿ ਸਕਦੇ ਨੇ। ਅਤੇ ਫਰੋਗ ਕੀ ਆ? ਫਰੋਗ ਕੀ ਆ? ਪਾਣੀ 'ਚ ਵੀ ਰਹਿੰਦਾ ਆ ਅਤੇ ਮਿੱਟੀ 'ਚ ਵੀ ਰਹਿੰਦਾ, ਟੈਰੇਸਟਰੀਅਲ ਐਨੀਮਲ ਇਹ। ਦੇ ਕੈਨ ਸਟੇ ਬੋਥ ਇਨਸਾਈਡ ਵਾਟਰ ਐਂਡ ਲੈਂਡ। ਦੇ ਹੈਵ ਸਟਰੋਂਗ ਬੈਕ ਲੈਗਸ, ਬਹੁਤ ਸਟਰੋਂਗ ਲੈਗਸ ਹੁੰਦੀਆਂ ਉਹਦੀਆਂ ਪਿਛਲੀਆਂ। ਹੈਲਪਿੰਗ ਲੀਪਿੰਗ ਐਂਡ ਕੈਚਿੰਗ ਪ੍ਰੇ।
ਆਪਣੇ ਸ਼ਿਕਾਰ ਨੂੰ ਫੜਨ ਲਈ ਬਹੁਤ ਲੰਬਾ ਛੜੱਪਾ ਮਾਰ ਲੈਂਦਾ। ਦੇ ਹੈਵ ਵੈਬਡ ਫੀਟ ਦੈਟ ਹੈਲਪ ਟੂ ਸਵਿਮ ਇਨ ਦ ਵਾਟਰ। ਜਿਹੜੇ ਅਗਲੇ ਪੰਜੇ ਦੇ ਹਿਸਾਬ ਨਾਲ ਉਹ ਕੀ ਆ, ਉਹ ਪਾਣੀ ਦੇ ਵਿੱਚ ਕੀ ਤੈਰ ਲੈਂਦਾ। ਇਸ ਦੇ ਨਾਲ ਹੀ ਆਪਣਾ ਜਿਹੜਾ ਚੈਪਟਰ ਆ ਉਹ ਕੰਪਲੀਟ ਹੁੰਦਾ ਹੈ। ਬਾਕੀ ਜਿਹੜਾ ਕੰਮ ਆ ਤੁਹਾਨੂੰ ਬੇਟਾ ਉਹ ਗਰੁੱਪ ਵਿੱਚ ਪਾਇਆ ਜਾਵੇਗਾ। ਥੈਂਕ ਯੂ, ਹੈਵ ਅ ਨਾਈਸ ਡੇ।